ਬਰੋਇਨ ਔਨ ਟੀਵੀ ਦੇ ਸਤਿਕਾਰਿਤ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਕ ਬਹੁਤ ਇੰਪੋਰਟੈਂਟ ਟੌਪਿਕ ਡਿਸਕਸ ਕਰਨਾ ਚਾਹੁੰਦੇ ਹਾਂ। ਹੁਣੇ ਇੱਕ ਡਿਬੇਟ ਚੱਲੀ ਆ ਵੀ ਸਿੱਖੀਜ਼ਮ ਦੇ ਵਿੱਚ ਰਿਫਾਰਮ ਹੋਣਾ ਚਾਹੀਦਾ ਜਾਂ ਰਿਫਾਰਮਿਸਟ ਜਿਹੜੇ ਲੋਕ ਆ ਉਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਹੈ। ਉਹਨਾਂ ਵਿੱਚ ਸਭ ਤੋਂ ਵੱਡਾ ਰਿਫਾਰਮਿਸਟ ਇਸ ਵੇਲੇ ਨਿਊਜ਼ੀਲੈਂਡ ਦੇ ਵਿੱਚ ਬੈਠਾ ਹਰਨੇਕ ਸਿੰਘ ਨੇਕੀ ਆਪਣੇ ਆਪ ਨੂੰ ਕਲੇਮ ਕਰਦਾ ਅਤੇ ਉਹਦੇ ਸਪੋਰਟਰ ਵੀ ਉਸ ਨੂੰ ਇਸ ਗੱਲ ਲਈ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ ਹੈ, ਬਹੁਤ ਅੱਛੀ ਗੱਲ ਕਰ ਰਿਹਾ। ਮੈਂ ਇੱਥੇ ਇਸੇ ਸੰਦਰਭ ਵਿੱਚ ਦੱਸਣਾ ਚਾਹੁੰਦਾ ਕਿ ਰਿਫਾਰਮ ਬੜਾ ਖਤਰਨਾਕ ਕਿਸਮ ਦਾ ਈਡੀਅਮ ਹੈ, ਬਹੁਤ ਖਤਰਨਾਕ ਕਿਸਮ ਦਾ ਫਰੇਜ਼ ਆ, ਬਹੁਤ ਖਤਰਨਾਕ ਕਿਸਮ ਦਾ ਲਫ਼ਜ਼ ਹੈ ਔਰ ਜਿਸ ਦੇ ਰਾਹੀਂ ਜਿਹੜੀਆਂ ਰੂਲਿੰਗ ਐਲੀਟਸ ਹੈਗੀਆਂ ਆਲ ਓਵਰ ਦੀ ਵਰਲਡ ਉਹਨਾਂ ਨੇ ਰਿਫਾਰਮ ਲਫ਼ਜ਼ ਯੂਜ਼ ਕਰਕੇ ਜਿਹੜੀਆਂ ਵਿਚਾਰੀਆਂ ਘੱਟ ਗਿਣਤੀਆਂ ਜਿਹੜੇ ਸਫਰਿੰਗ ਲੋਕ ਆ ਉਹਨਾਂ ਨੂੰ ਤੈਸ਼ ਨੈਸ਼ ਕੀਤਾ, ਉਹਨਾਂ ਦੇ ਕਲਚਰ ਨੂੰ ਤਬਾਹ ਕੀਤਾ, ਉਹਨਾਂ ਦੇ ਲੈਂਗੁਏਜ ਨੂੰ ਤਬਾਹ ਕੀਤਾ, ਉਹਨਾਂ ਦੇ ਰਿਲੀਜਨ ਨੂੰ ਤਬਾਹ ਕੀਤਾ, ਉਹਨਾਂ ਦੀਆਂ ਸਾਰੀਆਂ ਟ੍ਰੈਡੀਸ਼ਨ ਅਤੇ ਪ੍ਰੈਕਟਿਸਿਸ ਨੂੰ ਖਤਮ ਕੀਤਾ। ਤੋ ਅੱਜ ਸਿੱਖਾਂ ਪ੍ਰਤੀ ਵੀ ਇਸ ਕਿਸਮ ਦੇ ਜਿਹੜੇ ਜਾਂ ਤਾਂ ਉਹ ਲੋਕ ਸੈਮੀ ਲਿਟਰੇਟ ਆ, ਅਣਜਾਣ ਆ, ਅਨਭੋਲ ਆ, ਜਾਂ ਸਰਕਾਰ ਉਹਨਾਂ ਤੋਂ ਇਸ ਕਿਸਮ ਦੇ ਲਫ਼ਜ਼ ਉਹਨਾਂ ਦੇ ਮੂੰਹ ਦੇ ਵਿੱਚ ਪਾ ਕੇ ਇਸ ਕਿਸਮ ਦੀਆਂ ਗੱਲਾਂ ਕਰਾ ਰਹੀ ਹੈ। ਬਹੁਤ ਦੇਰ ਪਹਿਲਾਂ ਦੀ ਗੱਲ ਹੈ, ਕੋਈ ਅੱਜ ਤੋਂ 30-35 ਸਾਲ ਪਹਿਲਾਂ ਦੀ ਗੱਲ ਹੈ, ਇਸੇ ਕਿਸਮ ਦੀ ਗੱਲ ਸਿੰਘ ਸਭਾ ਦੇ ਸੰਦਰਭ ਦੇ ਵਿੱਚ ਕੀਤੀ ਗਈ ਤਾਂ ਉਸ ਵੇਲੇ ਮੇਰੇ ਜ਼ਿਹਨ ਦੇ ਵਿੱਚ ਇਹ ਚੀਜ਼ ਆਈ ਵੀ ਸਿੰਘ ਸਭਾ ਰਿਫਾਰਮ ਮੂਵਮੈਂਟ ਨਹੀਂ ਸੀ। ਸਿੰਘ ਸਭਾ ਨੂੰ ਜਿਹੜਾ ਰਿਫਾਰਮ ਲਫ਼ਜ਼ ਯੂਜ਼ ਕੀਤਾ ਗਿਆ ਉਹ ਅੰਗਰੇਜ਼ਾਂ ਨੇ ਕੀਤਾ, ਬੜੀ ਸ਼ੈਤਾਨੀ ਨਾਲ ਕੀਤਾ, ਬੜੀ ਚਾਲਾਕੀ ਨਾਲ ਕੀਤਾ, ਬੜੀ ਚੁਸਤੀ ਨਾਲ ਕੀਤਾ। ਰਿਫਾਰਮ ਉਹ ਹੁੰਦਾ ਕਿ ਕਿਸੇ ਚੀਜ਼ ਨੂੰ ਤੁਸੀਂ ਬਦਲ ਦਿਓ, ਚੇਂਜ ਕਰ ਦਿਓ, ਉਹਦੇ ਵਿੱਚ ਕੁਝ ਕ੍ਰਿਤੀਆਂ ਹੈਗੀਆਂ ਉਹਨਾਂ ਨੂੰ ਤੁਸੀਂ ਖਤਮ ਕਰਕੇ ਉਸ ਦੀ ਜਿਹੜੀ ਸਪਿਰਿਟ ਹੈ ਉਸ ਨੂੰ ਤੁਸੀਂ ਤੈਸ਼ ਨੈਸ਼ ਕਰ ਦਿਓ। ਇਸੇ ਤਰੀਕੇ ਦੇ ਨਾਲ ਬਹੁਤ ਲੋਕਾਂ ਨੇ ਇਸਤੇਮਾਲ ਕੀਤਾ ਹੈਗਾ ਕਿ ਗੁਰਦੁਆਰਾ ਰਿਫਾਰਮ ਮੂਵਮੈਂਟ ਇਸੇ ਜਿਸ ਤਰ੍ਹਾਂ ਸਿੰਘ ਸਭਾ ਬਾਰੇ ਸਿੰਘ ਸਭਾ ਰਿਫਾਰਮ ਮੂਵਮੈਂਟ, ਮਾਫ ਕਰਨਾ, ਇਹ ਰਿਫਾਰਮ ਮੂਵਮੈਂਟਸ ਨਹੀਂ ਸੀਗੀਆਂ, ਰਿਵਾਈਵਲਿਸਟ ਮੂਵਮੈਂਟ ਸੀਗੀਆਂ। ਸਿੰਘ ਸਭਾ ਮੂਵਮੈਂਟ ਸਿੱਖੀਜ਼ਮ ਦੀ ਰਿਵਾਈਵਲ ਦੀ ਜਦੋਜਹਿਦ ਸੀ। ਕੀ ਜਦੋਜਹਿਦ ਸੀ ਕਿ ਜਿਸ ਕਿਸਮ ਦੀ ਸਪਿਰਿਟ ਗੁਰੂਆਂ ਨੇ ਇੰਟਰੋਡਿਊਸ ਕੀਤੀ ਹੈ ਸਿੱਖੀਜ਼ਮ ਦੇ ਵਿੱਚ, ਉਸ ਚੀਜ਼ ਨੂੰ ਉਸੇ ਤਰੀਕੇ ਨਾਲ ਉਹ ਲੈਟਰਨ ਸਪਿਰਿਟ ਦੇ ਵਿੱਚ ਪਾ ਕੇ ਉਸ ਨੂੰ ਰਿਵਾਈਵ ਕੀਤਾ ਜਾਵੇ। ਉਸ ਦੇ ਵਿੱਚ ਰਿਫਾਰਮ ਚੇਂਜ ਨਹੀਂ ਕੀਤੀ ਜਾ ਸਕਦੀ। ਜੋ ਗੁਰੂ ਨਾਨਕ ਦੀ ਵਿਚਾਰਧਾਰਾ ਹੈ, ਦੂਸਰੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੈ, ਉਹ ਅਟਲ ਹੈ। ਉਸ ਦੇ ਵਿੱਚ ਕੋਈ ਵੀ ਬੰਦਾ ਉਸ ਦੇ ਵਿੱਚ ਚੇਂਜਸ ਨਹੀਂ ਕਰ ਸਕਦਾ। ਤੋ ਉਸ ਦੇ ਵਿੱਚ ਕਈ ਕਿਸਮ ਦੀਆਂ ਤਰੁੱਟੀਆਂ ਆ ਜਾਂਦੀਆਂ ਵਿਦ ਦੀ ਪੈਸੇਜ ਆਫ ਟਾਈਮ, ਜਿਨ੍ਹਾਂ ਨੂੰ ਅਸੀਂ ਐਕ੍ਰੀਸ਼ਨਸ ਕਹਿ ਦਿੰਦੇ ਹਾਂ। ਜਿਸ ਤਰ੍ਹਾਂ ਕੋਈ ਵੀ ਚੀਜ਼ ਆ ਉਸ ਦੇ ਉੱਤੇ ਕੋਈ ਮਿਲਾਵਟਾਂ ਹੋ ਜਾਂਦੀਆਂ, ਕੋਈ ਹੋਰ ਕਿਸਮ ਦੇ ਪ੍ਰਭਾਵ ਉਸ ਦੇ ਵਿੱਚ ਪੈ ਜਾਂਦੇ ਆ। ਹਮੇਸ਼ਾ ਹੀ ਇਸ ਕਿਸਮ ਦੀ ਗੱਲ ਹੁੰਦੀ ਰਹਿੰਦੀ ਹੈ। ਕਿਸੇ ਵੀ ਧਰਮ ਦੀ ਐਵੋਲੂਸ਼ਨ ਦੇ ਵਿੱਚ, ਕਿਸੇ ਵੀ ਧਰਮ ਦੀ ਜਿਹੜੀ ਜੋ ਇਤਿਹਾਸ ਦੇ ਪ੍ਰੋਸੈਸ ਦੇ ਵਿੱਚ ਦੀ ਉਹ ਧਰਮ ਲੰਘਦੇ ਆ ਤਾਂ ਹਮੇਸ਼ਾ ਜ਼ਰੂਰਤ ਹੁੰਦੀ ਆ ਕਿ ਉਸ ਦੀ ਰਿਵਾਈਵਲ ਕੀਤੀ ਜਾ ਸਕੇ। ਹੁਣ ਇਸੇ ਤਰੀਕੇ ਦੀ ਤੁਸੀਂ ਪਹਿਲਾਂ ਆਪਾਂ ਗੁਰਦੁਆਰਿਆਂ ਦੀ ਰਿਫਾਰਮ ਦੀ ਗੱਲ ਕਹੀਏ, ਉਹ ਗੁਰਦੁਆਰਿਆਂ ਦੇ ਰਿਫਾਰਮ ਨਹੀਂ ਸੀ, ਉਹ ਲਿਬਰੇਸ਼ਨ ਮੂਵਮੈਂਟ ਸੀ। ਗੁਰਦੁਆਰਿਆਂ ਦੀ ਆਜ਼ਾਦੀ ਦੀ ਜਦੋਜਹਿਦ ਸੀ, ਆਜ਼ਾਦੀ ਦੀ ਲੜਾਈ ਸੀ। ਅੰਗਰੇਜ਼ਾਂ ਨੇ ਜਿਸ ਵਕਤ ਸਿੱਖ ਕਿੰਗਡਮ ਨੂੰ ਖਤਮ ਕੀਤਾ ਤਾਂ ਉਸ ਦੇ ਨਾਲ ਦੀ ਨਾਲ ਉਹਨਾਂ ਨੇ 6 ਪ੍ਰਮੁੱਖ ਜਿਹੜੇ ਗੁਰਦੁਆਰੇ ਸੀ, ਸਿੱਖਾਂ ਦੇ ਧਾਰਮਿਕ ਸਥਲ ਸੀ, ਉਹਨਾਂ ਨੂੰ ਸਿੱਧੇ ਤੌਰ 'ਤੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਇਹ ਗੱਲ ਨਾ ਤਾਂ ਉਹਨਾਂ ਨੇ ਜਿਸ ਵਕਤ ਹਿੰਦੂ ਸਟੇਟਾਂ ਅਕਵਾਇਰ ਕੀਤੀਆਂ ਉਸ ਵੇਲੇ ਕੀਤੀ, ਕਿਸੇ ਮੰਦਰ ਨੂੰ ਆਪਣੇ ਕਬਜ਼ੇ 'ਚ ਕੀਤਾ, ਨਾ ਕਿਸੇ ਮਸਜਿਦ ਨੂੰ, ਜਦੋਂ ਕਿਸੇ ਨਵਾਬ ਦੀ, ਕਿਸੇ ਮੁਸਲਮਾਨ ਰਾਜੇ ਮਹਾਰਾਜੇ ਦੀ ਜਿਹੜੀ ਰਿਆਸਤ ਸੀ ਉਸ ਨੂੰ ਉਹਨਾਂ ਨੇ ਕੈਪਚਰ ਕੀਤਾ, ਉੱਥੇ ਨਹੀਂ ਕੀਤਾ, ਨਾ ਕਿਸੇ ਮਸਜਿਦ 'ਚ ਕੀਤਾ। ਪਰ ਜਦੋਂ ਸਿੱਖ ਕਿੰਗਡਮ ਉਹਨਾਂ ਨੇ ਐਕਵਾਇਰ ਕੀਤੀ
ਉਹਦੀ ਐਨੈਕਸੇਸ਼ਨ ਕੀਤੀ, ਨਾਲ ਦੀ ਨਾਲ ਉਹਨਾਂ ਨੇ 6 ਪ੍ਰਮੁੱਖ ਸਿੱਖ ਸਥਲ, ਸਿੱਖ ਜਿਹੜੇ ਗੁਰਦੁਆਰੇ ਸੀ ਉਹਨਾਂ ਨੇ ਸਿੱਧੇ ਤੌਰ ਤੇ ਆਪਣੇ ਕੰਟਰੋਲ ਵਿੱਚ ਲੈ ਲਏ। ਕਿਉਂ ਲੈ ਲਏ? ਕੀ ਕਾਰਨ ਸੀ? ਕਿਉਂ ਨਹੀਂ ਕੋਈ ਮਸਜਿਦ ਆਪਣੇ ਕੰਟਰੋਲ 'ਚ ਲਿੱਤੀ ਗਈ? ਕਿਉਂ ਨਹੀਂ ਕੋਈ ਮੰਦਿਰ ਆਪਣੇ ਕੰਟਰੋਲ 'ਚ ਲਿੱਤਾ? ਕਿਉਂਕਿ ਸਿੱਖ ਗੁਰਦੁਆਰੇ ਇੱਕ ਸਰੋਤ ਆ ਗੁਰੂ ਨਾਨਕ ਦੇ ਰੈਵੋਲੂਸ਼ਨ ਦੇ, ਗੁਰੂ ਨਾਨਕ ਦੇ ਫੁੱਟਪ੍ਰਿੰਟਸ ਹੈਗੇ ਜਿਹੜੀ ਉਹਦੀ ਆਈਡੀਓਲੋਜੀ ਦੇ, ਉਸ ਇਹਨਾਂ ਗੁਰਦੁਆਰਿਆਂ ਦੇ ਜ਼ਰਰੇ ਜ਼ਰਰੇ ਦੇ ਵਿੱਚ ਪਏ ਆ। ਔਰ ਉਸ ਦੇ ਵਿੱਚੋਂ ਹੀ ਜਦੋਂ ਵੀ ਸੰਘਰਸ਼ ਉੱਠਦੇ ਆ ਤਾਂ ਗੁਰਦੁਆਰਿਆਂ ਵਿੱਚੋਂ ਉੱਠਦੇ ਆ, ਜਿਹੜਾ ਸਿੱਖਾਂ ਦਾ ਇਤਿਹਾਸ ਆ ਉਸ ਦੇ ਵਿੱਚੋਂ ਉੱਠਦੇ ਆ, ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਉਸ ਦੇ ਵਿੱਚੋਂ ਉੱਠਦੇ ਆ, ਗੁਰੂਆਂ ਦੇ ਇਤਿਹਾਸ 'ਚੋਂ, ਗੁਰੂਆਂ ਦੀ ਬਾਣੀ ਦੇ ਵਿੱਚੋਂ ਉਹ ਚੀਜ਼ਾਂ ਉੱਭਰ ਕੇ ਆਉਂਦੀਆਂ ਔਰ ਉਹ ਬਲ ਦਿੰਦੀਆਂ ਸਿੱਖਾਂ ਨੂੰ। ਔਰ ਬਲ ਦੇ ਕੇ ਉਹਨਾਂ ਦੇ ਨਾਲ ਮਤਲਬ ਜਿਹੜੇ ਸਿੱਖ ਆ ਉਹ ਸਟਰਗਲ ਕਰਦੇ ਆ, ਜਦੋਂ ਜਹਿਦ ਕਰਦੇ ਆ, ਉਹ ਰੈਵੋਲੂਸ਼ਨ ਦੇ ਵਿੱਚ ਪਾਰਟੀਸਪੇਟ ਕਰਦੇ ਆ। ਤੋ ਹੁਣ ਇਹ ਗੱਲ ਕਹਿ ਦੇਣੀ ਵੀ ਇਹ ਕੋਈ ਸਿੱਖ ਧਰਮ ਦੇ ਵਿੱਚ ਰਿਫਾਰਮ ਕਰੀਏ, ਰਿਫਾਰਮ ਦੀ ਜ਼ਰੂਰਤ ਨਹੀਂ, ਰਿਫਾਰਮ ਕਰਨ ਵਾਲੇ ਦਾ ਉਨਾ ਕੱਦ ਨਹੀਂ ਹੈ, ਉਸ ਦਾ ਉਤਨਾ ਮਤਲਬ ਇੰਟੈਲੈਕਟ ਨਹੀਂ ਹੈ, ਉਸ ਦੀ ਉਸ ਕਿਸਮ ਦੀ ਸਪਿਰਿਟ ਨਹੀਂ ਹੈ, ਉਸ ਦੀ ਉਸ ਕਿਸਮ ਦੀ ਮੋਟੀਵੇਸ਼ਨ ਨਹੀਂ ਹੈ ਕਿ ਉਹ ਗੁਰੂ ਦੀ ਵਿਚਾਰਧਾਰਾ ਦੇ ਵਿੱਚ ਕਿਸੇ ਕਿਸਮ ਦਾ ਕੋਈ ਰਿਫਾਰਮ ਕਰ ਸਕੇ। ਗੁਰੂ ਨੇ ਇਸੇ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਇਲਾਹੀ ਬਾਣੀ ਹੈ, ਜਿਹੜਾ ਰਿਵੀਲਡ ਵਰਡ ਹੈ, ਉਸ ਨੂੰ ਅੰਕਿਤ ਕਰ ਦਿੱਤਾ ਔਰ ਉਸਨੇ ਚਾਬੀ ਲਾ ਦਿੱਤੀ ਵੀ ਇਸ ਦੇ ਵਿੱਚ ਕੋਈ ਬੰਦਾ ਇੱਕ ਲਫ਼ਜ਼ ਵੀ ਨਹੀਂ ਬਦਲ ਸਕਦਾ, ਇੱਕ ਲਫ਼ਜ਼ ਵੀ ਨਹੀਂ ਬਦਲ ਸਕਦਾ। ਤੋ ਉਸ ਦੀ ਅੱਗੇ ਇੰਟਰਪ੍ਰੀਟੇਸ਼ਨ ਜਿਹੜੀ ਕੀਤੀ ਜਾ ਸਕਦੀ ਹੈ, ਬਲਕਿ ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਤੋ ਇਸ ਕਰਕੇ ਮਾਫ ਕਰਨਾ, ਮੈਂ ਸਾਰੇ ਸਿੱਖ ਜਗਤ ਨੂੰ ਬੜੇ ਹੰਬਲੀ ਬੇਨਤੀ ਕਰਦਾ ਕਿ ਰਿਫਾਰਮ ਜਿਹੜਾ ਬੰਦਾ ਕਹਿੰਦਾ ਉਹ ਸਿੱਖ ਨਹੀਂ ਹੈ, ਜਾਂ ਤਾਂ ਗੁੰਮਰਾਹ ਹੋਇਆ ਵਾ ਸਿੱਖ ਆ, ਜਾਂ ਉਹ ਸਿੱਖੀ ਸਰੂਪ ਦੇ ਵਿੱਚ ਸਿੱਖੀ ਦਾ ਦੁਸ਼ਮਣ ਹੈ। ਜਿਹੜਾ ਬੰਦਾ ਇਹ ਗੱਲ ਕਹਿੰਦਾ ਵੀ ਕੁਝ ਕ੍ਰਿਤੀਆਂ ਜ਼ਰੂਰ ਆ ਗਈਆਂ ਸਿੱਖ ਧਰਮ ਦੇ ਵਿੱਚ, ਸਿੱਖ ਪ੍ਰੈਕਟਿਸਿਸ ਦੇ ਵਿੱਚ ਕੁਝ ਕ੍ਰਿਤੀਆਂ ਆ ਗਈਆਂ, ਸਿੱਖਾਂ ਦੇ ਸਥਲਾਂ ਦੇ ਵਿੱਚ ਕਿਸ ਕਿਸਮ ਦੀਆਂ ਕ੍ਰਿਤੀਆਂ ਆ ਗਈਆਂ, ਉਹਨਾਂ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕਦਾ ਵਿਦ ਦੀ ਮੈਸੇਜ ਆਫ ਜਿਹੜੀ ਰਿਵਾਈਵਲ, ਵੀ ਅਸੀਂ ਗੁਰੂ ਦੀ ਸਪਿਰਿਟ ਨੂੰ ਰਿਵਾਈਵ ਕਰੀਏ, ਗੁਰੂ ਦੇ ਜਿਹੜੇ ਜਿੰਨੇ ਵੀ ਸਥਲ ਹੈ ਉਹਨਾਂ ਨੂੰ ਗੁਰੂ ਦੀ ਸਪਿਰਿਟ ਦੇ ਵਿੱਚ, ਗੁਰੂ ਦੇ ਆਦੇਸ਼ ਦੇ ਵਿੱਚ, ਗੁਰੂ ਦੇ ਸੰਦੇਸ਼ ਦੇ ਵਿੱਚ ਉਸ ਨੂੰ ਦੁਬਾਰਾ ਰਿਵਾਈਵ ਕਰੀਏ। ਜਿਹੜੀਆਂ ਐਕ੍ਰੀਸ਼ਨਸ ਜਿਹੜੀਆਂ ਉਹਨਾਂ ਦੇ ਵਿੱਚ ਇਸ ਕਿਸਮ ਦੀਆਂ ਕੁਰੀਤੀਆਂ ਆ ਗਈਆਂ ਉਹਨਾਂ ਨੂੰ ਬਾਹਰ ਕੱਢ ਕੇ ਸਿੱਟੀਏ। ਅੰਗਰੇਜ਼ਾਂ ਨੇ ਬੜੀ ਚਲਾਕੀ ਦੇ ਨਾਲ, ਬੜੀ ਹੁਸ਼ਿਆਰੀ ਦੇ ਨਾਲ, ਕਿਉਂਕਿ ਉਹ ਰੂਲਰ ਸੀ, ਉਹ ਬੜੇ ਮਤਲਬ ਡੂੰਘੇ ਸੀ ਕਈ ਗੱਲਾਂ ਦੇ ਵਿੱਚ, ਉਹਨਾਂ ਨੇ ਜਿਸ ਤਰ੍ਹਾਂ ਗੁਰਦੁਆਰਾ ਰਿਫਾਰਮ ਉਹਨੂੰ ਕਹਿ ਦਿੱਤਾ। ਗੁਰਦੁਆਰਾ ਰਿਫਾਰਮ ਕੀ ਹੈ ਜੀ? ਗੁਰਦੁਆਰਾ ਰਿਫਾਰਮ ਦੇ ਵਿੱਚ ਤਾਂ ਉਹਨਾਂ ਨੇ ਮੂਰਤੀਆਂ ਉੱਥੇ ਗੁਰਦੁਆਰਿਆਂ 'ਚ ਸ਼੍ਰੀ ਗੁਰੂ ਉੱਥੇ ਰੱਖਤੀਆਂ, ਦਰਬਾਰ ਸਾਹਿਬ ਦੇ ਵਿੱਚ, ਪਰਿਕਰਮਾ ਦੇ ਵਿੱਚ। ਇਸੇ ਤਰੀਕੇ ਦੇ ਨਾਲ ਉਹਨਾਂ ਨੇ ਉੱਥੇ ਸਿੰਬਲ ਜਿਹੜੇ ਸੀ ਕ੍ਰਿਸਚੈਨਿਟੀ ਦੇ ਉਹ ਇੰਟਰੋਡਿਊਸ ਕਰ ਦਿੱਤੇ। ਜਿਹੜੀਆਂ ਕ੍ਰਿਸਚੈਨਿਟੀ ਦੀਆਂ ਕੋਈ ਇਸ ਕਿਸਮ ਦੀਆਂ ਚੀਜ਼ਾਂ ਸੀ ਉਹਨਾਂ ਨੂੰ ਉੱਥੇ ਲੈ ਕੇ ਆ ਗਏ। ਸਾਡੀ ਉਸ ਵੇਲੇ ਲੜਾਈ ਜਿਹੜੀ ਹੋਈ ਆ ਲਿਬਰੇਸ਼ਨ ਆਫ ਦੀ ਗੁਰਦੁਆਰਾਸ ਫਰੋਮ ਦੀ ਕੰਟਰੋਲ ਆਫ ਜਿਹੜੇ ਵੀ ਪੁਜਾਰੀ ਸੀ ਉੱਥੇ, ਜਿਹੜੇ ਉੱਥੇ ਹਿੰਦੂਆਈਜੇਸ਼ਨ ਉਹਨਾਂ ਇੰਸਟੀਟਿਊਸ਼ਨ ਸੀ ਕਰ ਰਹੇ ਸੀ, ਉਹਨਾਂ ਤੋਂ ਆਜ਼ਾਦ ਕਰਾਉਣ ਦੀ ਲੜਾਈ ਸੀ। ਸਾਡੀ ਲੜਾਈ ਰਿਫਾਰਮ ਦੀ ਨਹੀਂ ਸੀ। ਰਿਫਾਰਮ ਅਸੀਂ ਕਰ ਹੀ ਨਹੀਂ ਸਕਦੇ। ਗੁਰੂ ਦੀ ਵਿਚਾਰਧਾਰਾ ਦੇ ਉੱਤੇ, ਗੁਰੂ ਦੇ ਸੰਕਲਪ ਦੇ ਉੱਤੇ, ਗੁਰੂ ਦੀਆਂ ਟ੍ਰੈਡੀਸ਼ਨਸ ਤੇ ਪ੍ਰੈਕਟਿਸਿਸ ਦੇ ਉੱਤੇ ਸਾਡੀ ਇੰਨੀ ਸਮਰੱਥਾ ਨਹੀਂ ਕਿ ਅਸੀਂ ਉਸ ਦੇ ਵਿੱਚ ਕੋਈ ਤਬਦੀਲੀ ਲਿਆ ਸਕੀਏ। ਅਸੀਂ ਇਹ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ ਕਿ ਅਸੀਂ ਉਸ ਦੇ ਵਿੱਚ ਉਸ ਨੂੰ ਰਿਵਾਈਵ ਕਰ ਦਈਏ। ਕਿਸ ਸਪਿਰਿਟ ਦੇ ਵਿੱਚ ਰਿਵਾਈਵ ਕਰੀਏ? ਕਿਹਨਾਂ ਅਸੂਲਾਂ ਦੇ ਵਿੱਚ ਰਿਵਾਈਵ ਕਰੀਏ? ਜਿਨ੍ਹਾਂ ਅਸੂਲਾਂ ਤੇ ਸਿੱਖੀ ਦਾ ਫਾਊਂਡੇਸ਼ਨਸ ਹੈਗੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਉੱਤੇ, ਗੁਰੂਆਂ ਦੇ ਜਿਹੜੇ ਪ੍ਰਵਚਨ ਹੈ ਉਹਨਾਂ ਦੀ ਵਿਚਾਰਧਾਰਾ, ਸਿੱਖ ਇਤਿਹਾਸ ਦੇ ਉੱਤੇ। ਤੋ ਇਸ ਕਰਕੇ ਮਾਫ ਕਰਨਾ, ਇਸ ਕਿਸਮ ਦਾ ਲਫ਼ਜ਼ ਕਦੇ ਇਸਤੇਮਾਲ ਨਹੀਂ ਕਰਨਾ। ਅੱਜ ਕੀ ਹੋ ਰਿਹਾ? ਅੱਜ ਇੱਕ ਬਹੁਤ ਬੜਾ ਸੰਘਰਸ਼ ਹੋ ਰਿਹਾ ਕਿਸਾਨੀ ਦਾ, ਜਿਸ ਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਿੱਖ ਜਿਹੜੇ ਆ ਉਹ ਲੀਡ ਕਰ ਰਹੇ ਹੈ। ਔਰ ਕਰ ਕਿਸ ਸੰਦਰਭ ਦੇ ਵਿੱਚ ਕਰ ਰਿਹਾ? ਸਿੱਖੀ ਦੀ ਸਪਿਰਿਟ 'ਚ ਕਰ ਰਹੇ ਹੈ। ਤਾਂ ਉਸ ਦੇ ਵਿੱਚ ਕੀ ਚੀਜ਼ ਹੈ ਕਿ ਜਿਹੜੀ ਸਰਕਾਰ ਆ ਉਹ ਕਹਿੰਦੀ ਆ ਅਸੀਂ ਕਿਸਾਨਾਂ ਲਈ ਇੱਕ ਰਿਫਾਰਮ ਜਿਹੜੇ ਐਕਟ ਆ, ਰਿਫਾਰਮ ਜਿਹੜੇ ਕਾਨੂੰਨ ਆ ਉਹ ਲੈ ਕੇ ਆਏ ਆ। ਜਿਹੜੇ ਕਿਸਾਨ ਆ ਉਹ ਕੀ ਕਹਿ ਰਹੇ ਆ ਕਿ ਇਹ ਕਾਲੇ ਕਾਨੂੰਨ, ਬਿਲਕੁਲ ਉਸ ਦੀ ਓਪੋਜੀਸ਼ਨ ਦੇ ਵਿੱਚ ਦੋਨੇ ਚੀਜ਼ਾਂ।
ਉਹ ਕਹਿ ਰਹੀ ਹੈ ਸਰਕਾਰ, ਮੋਦੀ ਸਾਹਿਬ ਕਹਿ ਰਹੇ ਆ ਇਹ ਰਿਫਾਰਮ ਤੁਹਾਡੇ ਵੈਲਫੇਅਰ ਲਈ ਆ, ਤੁਹਾਡੀ ਬਿਹਤਰੀ ਲਈ ਆ, ਤੁਹਾਡੇ ਬੈਟਰ ਫਿਊਚਰ ਲਈ ਆ, ਤੁਹਾਡੀ ਪ੍ਰੋਸਪੈਰਿਟੀ ਲਈ ਆ, ਤੁਹਾਡੀ ਆਮਦਨ ਦੁੱਗਣੀ ਕਰਨ ਦੇ ਲਈ ਆ। ਲੇਕਿਨ ਜਿਹੜੇ ਕਿਸਾਨ ਆ ਉਹ ਕਹਿ ਰਹੇ ਆ ਕਿ ਨਹੀਂ, ਸਾਨੂੰ ਇਹ ਕਾਲੇ ਕਾਨੂੰਨ, ਉਹ ਰਿਫਾਰਮ ਲਫ਼ਜ਼ ਨਹੀਂ ਇਸਤੇਮਾਲ ਕਰ ਰਹੇ, ਮੈਂ ਦਾਤ ਦਿੰਦਾ ਉਹਨਾਂ ਦੀ ਸਿਆਣਪ ਨੂੰ, ਉਹਨਾਂ ਦੀ ਸੂਝ ਨੂੰ, ਉਹਨਾਂ ਦੀ ਸਮਝ ਨੂੰ, ਉਹਨਾਂ ਦੀ ਵਿਚਾਰਧਾਰਾ ਨੂੰ, ਕਿ ਉਹਨਾਂ ਨੇ ਇਹ ਗੱਲ ਡਿਸਿਫਰ ਕਰ ਲਈ ਹੈ, ਕੱਢ ਲਈ ਆ ਵੀ ਇਹ ਜਿਹੜੇ ਕਾਨੂੰਨ ਆ ਇਹ ਘਾਤਕ ਆ ਕਿਸਾਨਾਂ ਦੇ ਲਈ, ਔਰ ਇਹਨਾਂ ਦੇ ਨਾਲ ਕਿਸਾਨੀ ਆ ਜਿਹੜੀ ਤਬਾਹ ਹੋ ਜਾਏਗੀ। ਤੋ ਐਗਜ਼ੈਕਟਲੀ ਉਸੇ ਤਰੀਕੇ ਦੇ ਨਾਲ ਜਿਹੜੀ ਸਿੰਘ ਸਭਾ ਮੂਵਮੈਂਟ ਸੀ ਉਹ ਰਿਵਾਈਵਲਿਸਟ ਮੂਵਮੈਂਟ ਸੀ, ਕਿ ਜਿਸ ਤਰੀਕੇ ਦੀ ਗੁਰੂਆਂ ਦੀ ਸਪਿਰਿਟ ਸੀ, ਗੁਰੂਆਂ ਦੀ ਵਿਚਾਰਧਾਰਾ ਸੀ, ਉਸ ਨੂੰ ਅਸੀਂ ਰਿਵਾਈਵ ਕਰਨਾ ਹੈ। ਤੋ ਇਸੇ ਤਰੀਕੇ ਦੀ ਜਿਹੜੀ ਲੜਾਈ ਸੀ ਗੁਰਦੁਆਰਾ, ਜਿਹੜੀ ਲਿਬਰੇਸ਼ਨ ਮੂਵਮੈਂਟ ਸੀ, ਆਜ਼ਾਦੀ ਦੀ ਲੜਾਈ ਸੀ, ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣਾ ਸੀ ਮਹੰਤਾਂ ਤੋਂ ਔਰ ਇਸ ਪੁਜਾਰੀਆਂ ਤੋਂ, ਜਿਨ੍ਹਾਂ ਨੇ ਉਹਨਾਂ ਤੇ ਗਲਵਾ ਪਾ ਕੇ ਉਹਨਾਂ ਦੀ ਜਿਹੜੀ ਸਿੱਖੀ ਦੀ ਵਿਚਾਰਧਾਰਾ ਸੀ ਉਸ ਨੂੰ ਡਿਸਮੈਂਟਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਤੋ ਉਸ ਦੇ ਵਿੱਚ ਉਸ ਵੇਲੇ ਉੱਥੇ ਦੀ ਸਰਕਾਰ ਵੀ ਉਸ ਵੇਲੇ ਇਸੇ ਗੱਲ ਦੇ ਵਿੱਚ ਇਨਵੋਲਵਡ ਸੀ। ਤੋ ਇਸ ਕਰਕੇ ਬੜੀ ਜ਼ਰੂਰਤ ਹੈ ਕਿ ਬੜੀ ਸੂਝ ਸਿਆਣਪ ਦੇ ਨਾਲ ਕਿਸੇ ਗੱਲ ਦੀ ਡੈਪਥ ਦੇ ਵਿੱਚ ਜਾ ਕੇ ਇਸ ਗੱਲ ਨੂੰ ਸਮਝ ਲਈਏ। ਕਈ ਆਪ ਖੁਦਰੇ ਲੋਕ ਜਿਨ੍ਹਾਂ ਨੂੰ ਕਿਸੇ ਗੱਲ ਦੀ ਸਮਝ ਨਹੀਂ ਹੁੰਦੀ, ਕਿਸੇ ਗੱਲ ਦੀ ਸੂਝ ਨਹੀਂ ਹੁੰਦੀ, ਕਿਸੇ ਗੱਲ ਦੀ ਵਿਚਾਰ ਨਹੀਂ ਹੁੰਦੀ, ਕੋਈ ਗੱਲ ਦੀ ਤਹਿ ਤੱਕ ਗਏ ਨਹੀਂ ਹੁੰਦੇ, ਕਿਸੇ ਗੱਲ ਨੂੰ ਪੜ੍ਹਿਆ ਨਹੀਂ ਹੁੰਦਾ, ਦੂਸਰੇ ਦੀ ਕਹੀ ਕਹਾਈ ਗੱਲ ਦੇ ਉੱਤੇ ਰਿਫਾਰਮਿਸਟ ਕਹਿ ਦਿੱਤਾ। ਕਿਹੜਾ ਰਿਫਾਰਮਿਸਟ ਆ? ਕਿਹੜਾ ਸਿੱਖ ਗੁਰੂਆਂ ਦੀ ਵਿਚਾਰਧਾਰਾ ਦੇ ਵਿੱਚ ਰਿਫਾਰਮ? ਹੁਣ ਮੈਂ ਤੁਹਾਨੂੰ ਬੜੀ ਦੇਖੋ, ਗੁਰੂ ਹਰ ਹੱਦ ਤੱਕ ਗਏ ਆ। ਜਿਹੜਾ ਸ਼ਬਦ ਹੈ ਗੁਰੂ ਦਾ ਉਹ ਕੀ ਹੈ? ਸ਼ਬਦ ਗੁਰੂ ਦਾ ਹੈ ਕਿ ਗੁਰੂ ਨੂੰ ਇਲਹਾਮ ਹੋਇਆ, ਰੈਵੀਲੇਸ਼ਨ ਹੋਈ ਹੈ। ਰੈਵੀਲੇਸ਼ਨ ਕਿਸ ਗੱਲ ਦੀ ਹੋਈ ਹੈ? ਰੱਬ ਦੀ ਰੈਵੀਲੇਸ਼ਨ ਹੋਈ ਹੈ, ਗॉड्स ਰੈਵੀਲੇਸ਼ਨ। ਜਿਹੜੀ ਰੱਬ ਦੀ ਰੈਵੀਲੇਸ਼ਨ ਹੈ ਗੁਰੂ ਦੀ, ਉਸ ਦੇ ਵਿੱਚ ਤੁਸੀਂ ਕਿਹੜਾ ਰਿਫਾਰਮ ਲੈ ਕੇ ਆਓ? ਤੁਹਾਡਾ ਲੈਵਲ ਕੀ ਹੈ, ਤੁਹਾਡਾ ਕੱਦ ਕੀ ਹੈ, ਤੁਹਾਡੀ ਸਮਝ ਕੀ ਹੈ, ਤੁਹਾਡੀ ਵਿਚਾਰਧਾਰਾ ਕੀ ਹੈ? ਤੋ ਇਸ ਕਰਕੇ ਇਸ ਕਿਸਮ ਦੀ ਚਲਾਕੀ ਦੇ ਟਰੈਪ ਦੇ ਵਿੱਚ ਪੈਣ ਦੀ ਲੋੜ ਨਹੀਂ। ਜੇ ਕੋਈ ਬੰਦਾ ਇਸ ਕਿਸਮ ਦੀ ਗੱਲ ਕਹਿ ਰਿਹਾ ਉਹ ਸੂਝਵਾਨ ਨਹੀਂ, ਉਹ ਸਿਆਣਾ ਨਹੀਂ, ਉਹ ਸਮਝਦਾਰ ਨਹੀਂ, ਉਹ ਵਿਚਾਰਵਾਨ ਨਹੀਂ ਹੈ, ਉਸ ਨੂੰ ਇਹਨਾਂ ਦੀ ਗਹਿਰਾਈ ਦੀ ਸਮਝ ਨਹੀਂ। ਤੋ ਕਿਸੇ ਵੀ ਰੈਵੀਲੇਸ਼ਨ ਦੇ ਜਿਹੜੀ ਵਿਚਾਰਧਾਰਾ ਹੈ, ਜਿਹੜੀ ਉਹ ਬਾਣੀ ਹੈ, ਜਿਹੜੀ ਉਹ ਸਿੱਖੀ ਹੈ, ਉਸ ਦੇ ਵਿੱਚ ਤੁਸੀਂ ਕੋਈ ਕਿਸੇ ਕਿਸਮ ਦੀ ਰਿਫਾਰਮ ਕਰ ਨਹੀਂ ਸਕਦੇ। ਰਿਵਾਈਵਲਿਜ਼ਮ ਲਈ ਤੁਸੀਂ ਐਫਰਟ ਕਰ ਸਕਦੇ ਹੋ ਕਿ ਅਸੀਂ ਉਸੇ ਚੀਜ਼ ਨੂੰ ਰਿਵਾਈਵ ਕਰੀਏ, ਕੋਸ਼ਿਸ਼ ਕਰੀਏ, ਹਿੰਮਤ ਕਰੀਏ, ਸਮਝੀਏ, ਵਿਚਾਰੀਏ, ਔਰ ਤਾਂ ਕਿ ਗੁਰੂਆਂ ਦੀ ਜਿਹੜੀ ਵਿਚਾਰਧਾਰਾ ਉਸ ਨੂੰ ਅਸੀਂ ਰਿਵਾਈਵ ਕਰ ਸਕੀਏ। ਦੇਖੋ ਬੜੀ ਕਮਾਲ ਦੀ ਗੱਲ ਹੈ, ਗੁਰੂਆਂ ਨੇ ਮਤਲਬ 10ਵੇਂ ਨਾਨਕ ਤੱਕ ਕੀ ਕੀਤਾ? ਖਾਲਸੇ ਦੀ ਸਿਰਜਣਾ ਕੀਤੀ ਹੈ। ਖਾਲਸੇ ਦੀ ਸਿਰਜਣਾ ਦੇ ਵਿੱਚ ਉਹਨਾਂ ਨੇ ਹਰ ਚੀਜ਼ ਸਿੱਖ ਨੂੰ ਦੇਤੀ, ਸਿੱਖ ਦੀ ਪਹਿਚਾਣ ਵੀ ਦੇਤੀ ਕਿ ਸਿੱਖ ਦੀ ਕੀ ਪਹਿਚਾਣ ਆ, ਸਿੱਖ ਦਾ ਨਾਂ ਕੀ ਹੈ, ਸਿੱਖ ਬੀਬੀਆਂ ਦਾ ਨਾਂ ਕੀ ਹੈ। ਸਿੱਖਾਂ ਦੇ ਨਾਂ ਦੇ ਨਾਲ ਸਿੰਘ ਲੱਗੇਗਾ, ਸਿੱਖ ਬੀਬੀਆਂ ਦੇ ਨਾਂ ਦੇ ਨਾਲ ਕੌਰ ਲੱਗੇਗੀ। ਤਾਂ ਅੱਜ ਕੀ ਹੋ ਰਿਹਾ? ਹੁਣ ਕਈ ਅਣਭੋਲ ਤੇ ਬੇਮੁਖ ਜਿਹੜੇ ਲੋਕ ਆ, ਬੇਸਮਝ ਜਿਹੜੇ ਲੋਕ ਮੈਂ ਕਹੂੰਗਾ, ਉਹ ਕਿਸੇ ਕਿਸਮ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰ ਲੈਂਦੇ ਆ ਵੀ ਲਾਲੀ ਪਾਲੀ ਨਾਂ ਸਿੱਖਾਂ ਦੇ ਰੱਖ ਲਏ। ਲਾਲੀ ਪਾਲੀ ਕੋਈ ਸਿੱਖਾਂ ਦਾ ਨਾਂ ਨਹੀਂ ਹੈ। ਇਹ ਤਾਂ ਸਿਰਫ ਸਿੱਖਾਂ ਦਾ ਨਾਂ ਤਾਂ ਸਰਬਜੀਤ ਸਿੰਘ ਹੋ ਸਕਦਾ, ਗੁਰਮੁਖ ਸਿੰਘ ਹੋ ਸਕਦਾ, ਕੋਈ ਖੜਕ ਸਿੰਘ ਹੋ ਸਕਦਾ, ਕੋਈ ਰਣਜੀਤ ਸਿੰਘ ਹੋ ਸਕਦਾ, ਇਸ ਕਿਸਮ ਦੇ ਨਾਂ ਹੋ ਸਕਦੇ ਸਿੱਖਾਂ ਦੇ। ਗੁਰੂਆਂ ਨੇ ਸਾਰੀ ਚੀਜ਼ ਜਿਹੜੀ ਸਿੱਖੀ ਦੀ ਪਹਿਚਾਣ ਉਹਨੂੰ ਹਰ ਪਹਿਲੂ ਤੋਂ, ਹਰ ਆਸਪੈਕਟ ਤੋਂ, ਇਸ ਦੇ ਵਿੱਚ ਤੁਸੀਂ ਕਿਹੜਾ ਰਿਫਾਰਮ ਲੈ ਕੇ ਆਓਗੇ ਜੀ? ਕਿਹੜਾ ਲੈ ਕੇ ਆਓਗੇ? ਕੀ ਕਹੋਗੇ? ਕਿੱਡਾ ਕੱਦ ਕਾਠ ਹੁੰਦਾ ਸਿੱਖਾਂ ਦਾ, ਔਰ ਕਿਹੜੀ ਜਿਹੜੇ ਬੇਮੁਖ ਸਿੱਖ ਆ, ਬੇਸਮਝ ਸਿੱਖ ਆ, ਉਹ ਕੀ ਕਹਿੰਦੇ ਆ? ਜੇ ਨਵਾਂ ਮਤਲਬ ਸਮਝੋ ਸਰਬਜੀਤ ਸਿੰਘ, ਤਾਂ ਉਹਦਾ ਨਾਂ ਰੱਖਤਾ ਸਰਬੀ, ਸਰਬੀ ਆ ਜੀ ਇਹਦਾ ਨਾਂ। ਉਹ ਕਹਿੰਦੇ ਵੀ ਪਿਆਰ 'ਚ, ਇਹ ਕਿਹੜਾ ਪਿਆਰ ਆ? ਸਰਬਜੀਤ ਸਿੰਘ ਐਡਾ ਵੱਡਾ ਨਾਂ, ਐਡੀ ਵੱਡੀ ਉਹਦੀ ਵਿਆਖਿਆ, ਔਰ ਉਹਨੂੰ ਤੁਸੀਂ ਸਰਬੀ ਬਣਾ ਕੇ ਰੱਖਤਾ, ਇੱਕ ਛੋਟੀ ਜਿਹੀ ਚੀਜ਼ ਉਹਦੇ ਨਾਂ ਨਾਲ ਲਾਤੀ। ਇਹ ਕੋਈ ਰਿਫਾਰਮ ਨਹੀਂ ਹੈ, ਇਹ ਸਿਰਫ ਉਸ ਚੀਜ਼ ਨੂੰ ਵਿਗਾੜ ਕੇ ਤੋੜ ਕੇ ਰੱਖਿਆ ਜਾ ਸਕਦਾ। ਗੁਰੂ ਨੇ ਤਾਂ ਇਸ ਕਿਸਮ ਦੀ ਕੋਈ ਕੀਤਾ ਹੀ ਨਹੀਂ ਕਦੇ। ਗੁਰੂਆਂ ਨੇ ਕਦੇ, ਜਿਹੜੇ 10ਵੇਂ ਪਾਤਸ਼ਾਹ ਸੀ, ਉਹਨਾਂ ਨੇ ਦੱਸ ਦਿੱਤਾ ਵੀ ਇਸ ਤਰੀਕੇ ਨਾਲ ਹਰ ਸਿੱਖ ਨੇ ਆਪਣੇ ਨਾਂ ਨਾਲ ਸਿੰਘ ਲਿਖਣਾ। ਸਿੰਘ ਦੀ ਇੱਕ ਵਿਆਖਿਆ ਹੈ,
ਸਿੰਘ ਦਾ ਇੱਕ ਇਤਿਹਾਸ ਹੈ, ਸਿੰਘ ਦੀ ਇੱਕ ਸਪਿਰਿਟ ਹੈ, ਔਰ ਉਸ ਸਪਿਰਿਟ ਦੇ ਉੱਤੇ ਕੋਈ ਕੰਪਰੋਮਾਈਜ਼ ਹੋ ਨਹੀਂ ਸਕਦਾ। ਮਾਫ ਕਰਨਾ, ਮੈਂ ਬਾਹਰਲੇ ਮੁਲਕਾਂ 'ਚ ਵੀ ਘੁੰਮਦਾ ਫਿਰਦਾ, ਉੱਥੇ ਵੀ ਦੇਖਦਾ ਕਿ ਕਿਸੇ ਨੇ ਆਪਣੇ ਨਾਲ ਜੌਨ ਲਾ ਲਿਆ, ਕਿਸੇ ਨੇ ਆਪਣੇ ਨਾਲ ਕੋਈ ਹੋਰ ਉਸ ਕਿਸਮ ਦੇ ਛੋਟੇ ਮੋਟੇ ਨਾਂ ਜੇ ਲਾ ਕੇ ਇਸ ਗੱਲ ਲਈ ਬੜਾ ਫਖਰ ਮਹਿਸੂਸ ਕਰਦੇ ਆ ਵੀ ਅਸੀਂ ਤਾਂ ਪਤਾ ਨਹੀਂ ਅੰਗਰੇਜ਼ ਹੀ ਬਣ ਗਏ। ਤੁਸੀਂ ਅੰਗਰੇਜ਼ ਨਹੀਂ ਬਣੇ, ਤੁਸੀਂ ਆਪਣੇ ਆਪ ਨੂੰ ਬਿਲਿਟਲ ਕੀਤਾ ਹੈ। ਜਿਹੜੀ ਗੁਰੂ ਦੀ ਜਿਹੜੀ ਵਿਰਾਸਤ ਹੈ ਉਸ ਨੂੰ ਤੁਸੀਂ ਤੋੜ ਮੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਨਾਲ ਤੁਸੀਂ ਵੱਡੇ ਨਹੀਂ ਹੋਏ ਬਲਕਿ ਤੁਸੀਂ ਛੋਟੇ ਹੋਏ, ਤੁਸੀਂ ਗੁਰੂ ਤੋਂ ਬੇਮੁਖ ਹੋਏ ਹੋ। ਤੋਂ ਇਸ ਕਰਕੇ ਹਰ ਪਹਿਲੂ ਤੇ, ਹਰ ਆਸਪੈਕਟ ਤੇ ਗੁਰੂ ਨੇ ਤੁਹਾਨੂੰ ਪਹਿਰਾਵਾ ਵੀ ਦਿੱਤਾ। ਹੁਣ ਕੋਈ ਬੰਦਾ ਮਤਲਬ ਗੁਰੂ ਨੇ ਕਛਹਿਰੇ ਦਿੱਤੇ ਆ, ਔਰ ਕਛਹਿਰਾ ਤੁਸੀਂ ਇਸਤੇਮਾਲ ਕਰਨਾ, 5 ਕਕਾਰ ਗੁਰੂ ਨੇ ਦਿੱਤੇ ਆ, 5 ਕਕਾਰਾਂ ਤੇ ਕੋਈ ਕਿਸੇ ਕਿਸਮ ਦਾ ਕੰਪਰੋਮਾਈਜ਼ ਹੋ ਨਹੀਂ ਸਕਦਾ, ਕਿਸੇ ਕਿਸਮ ਦਾ ਕੰਪਰੋਮਾਈਜ਼ ਨਹੀਂ ਹੋ ਸਕਦਾ। ਹੁਣ ਜੇ ਗੁਰੂ ਤਾਂ ਇੱਥੋਂ ਤੱਕ ਚਲਿਆ ਗਿਆ ਵੀ ਜੇ ਜਿਹੜਾ ਸਿੰਘ ਆ ਉਹ ਕਿੱਥੇ ਦਾ ਵਾਸੀ ਹੈ, ਉਹ ਅਨੰਦਪੁਰ ਸਾਹਿਬ ਦਾ ਵਾਸੀ ਹੈ, ਉਸ ਦਾ ਪਿਤਾ ਕੌਣ ਹੈ, ਗੁਰੂ ਗੋਬਿੰਦ ਸਿੰਘ ਹੈ, ਮਾਤਾ ਕੌਣ ਹੈ, ਸਾਹਿਬ ਦੇਵਾ ਹੈ। तो गुरु ने सिख की पहचान ਜਿਹੜੀ ਉਹ ਐਸਟੈਬਲਿਸ਼ ਕਰ ਦਿੱਤੀ ਹੈ, ਜਿਸ ਦੇ ਵਿੱਚ ਕਿਸੇ ਕਿਸਮ ਦਾ ਕੋਈ ਰਿਫਾਰਮ ਜਿਹੜੇ ਕਰਨ ਵਾਲੇ ਆ ਨਾ, ਜਿਸ ਤਰ੍ਹਾਂ ਹੁਣ ਹਰਨੇਕ ਸਿੰਘ ਨੇਕੀ ਨਾਂ ਆ, ਹਰਨੇਕ ਸਿੰਘ ਨਾਂ ਆ ਉਹਦਾ, ਉਹਨੇ ਨੇਕੀ ਰੱਖ ਲਿਆ ਆਪਣਾ ਨਾਂ। ਮੈਂ ਪੁੱਛਣਾ ਚਾਹੁੰਦਾ ਇਸ ਦੇ ਰਾਹੀਂ ਕਿ ਉਹ ਆਪਣੇ ਆਪ ਨੂੰ ਮਤਲਬ ਰਿਫਾਰਮ ਕਰ ਰਿਹਾ? ਉਹ ਨਾਂ ਤੇਰਾ ਮਾਂ-ਬਾਪ ਨੇ ਸਿੱਖੀ ਟ੍ਰੈਡੀਸ਼ਨ ਦੇ ਮੁਤਾਬਕ, ਸਿੱਖਾਂ ਦੀਆਂ ਪ੍ਰੈਕਟਿਸਿਸ ਦੇ ਮੁਤਾਬਕ, ਸਿੱਖੀ ਇਤਿਹਾਸ ਦੇ ਮੁਤਾਬਕ, ਗੁਰੂ ਇਤਿਹਾਸ ਦੇ ਮੁਤਾਬਕ ਹਰਨੇਕ ਸਿੰਘ ਨਾਂ ਰੱਖਿਆ। ਤੂੰ ਆਪਣੇ ਆਪ ਨੂੰ ਬੜਾ ਕਰ ਰਿਹਾ ਜਾਂ ਆਪਣੇ ਆਪ ਨੂੰ ਬਿਲਕੁਲ ਹੀ ਮਲੀਆਮੇਟ ਕਰ ਰਿਹਾ ਨੇਕੀ ਕਹਿ ਕੇ? ਤੋ ਇਸ ਕਰਕੇ ਜ਼ਰੂਰਤ ਹੈ, ਸਮਝਣ ਵਾਲੀ ਗੱਲ ਹੈ, ਸਮਝਣ ਵਾਲੀ ਗੱਲ ਹੈ, ਬੜੀ ਹਾਸੋਹੀਣੀ ਗੱਲ ਲੱਗਦੀ ਹੈ। ਤੋ ਇਸ ਕਰਕੇ ਜ਼ਰੂਰਤ ਹੈ ਕਿ ਅਸੀਂ ਸਿੱਖੀ ਨੂੰ ਸਿੱਖੀ ਦੇ ਸੰਦਰਭ ਦੇ ਵਿੱਚ ਸਮਝ ਲਈਏ, ਸਿੱਖੀ ਦੀ ਸਪਿਰਿਟ ਵਿੱਚ ਸਮਝ ਲਈਏ, ਸਿੱਖੀ ਗੁਰੂ ਦੀ ਜਿਹੜੀ ਸਪਿਰਿਟ ਹੈ ਉਸ ਦੇ ਵਿੱਚ ਉਸ ਨੂੰ ਅੰਡਰਸਟੈਂਡ ਕਰ ਲਈਏ। ਜੇ ਇਹ ਗੱਲ ਮਤਲਬ ਇੰਨੀ ਹੁੰਦੀ ਤਾਂ ਗੁਰੂ ਨੇ ਆਪ ਹੀ ਉਸ ਗੱਲ ਨੂੰ ਇਜਾਜ਼ਤ ਦੇ ਦੇਣੀ ਸੀ, ਪਰ ਗੁਰੂ ਨੇ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਵੀ ਤੁਸੀਂ ਆਪਣੇ ਆਪ ਨੂੰ ਛੋਟਾ ਮਤ ਕਰਨਾ, ਤੁਸੀਂ ਸੋਵਰਨ ਹੋ, ਤੁਸੀਂ ਇਸ ਦੁਨੀਆ ਦੇ ਵਿੱਚ ਸੋਵਰਨਿਟੀ ਐਸਟੈਬਲਿਸ਼ ਕਰਨੀ ਹੈ। ਕਿਸ ਦੇ ਉੱਤੇ, ਕਿਸ ਸੰਦਰਭ ਵਿੱਚ ਕਰਨੀ ਹੈ? ਗੁਰੂ ਦੀ ਸਪਿਰਿਟ 'ਚ ਕਰਨੀ ਹੈ। ਜਿਹੜੀ ਸਪਿਰਿਟ ਜਿਹੜੀ ਕਿਹੜੀ ਆ? ਪਰਮਾਤਮਾ ਦੀ ਸਪਿਰਿਟ ਆ, ਅਕਾਲ ਪੁਰਖ ਦੀ ਸਪਿਰਿਟ ਆ। ਤੋ ਇਸ ਕਰਕੇ ਇਹ ਛੋਟੀਆਂ ਗੱਲਾਂ ਵਿੱਚ ਪੈਣ ਦੀ ਲੋੜ ਨਹੀਂ। ਇਹ ਗੱਲਾਂ ਦੇ ਵਿੱਚ ਜਿਹੜੇ ਸਿੱਖੀ ਦੇ ਦੁਸ਼ਮਣ ਸਿੱਖੀ ਦੇ ਵਿੱਚ ਵੀ ਆ, ਸਿੱਖੀ ਤੋਂ ਬਾਹਰ ਵੀ ਆ, ਉਹ ਸਿੱਖਾਂ ਨੂੰ ਮਤਲਬ ਸਿੱਖੀ ਦੀ ਸਪਿਰਿਟ ਨੂੰ ਖਤਮ ਕਰਨਾ ਚਾਹੁੰਦੇ ਆ। ਇਹ ਸ਼ਬਦ ਕਹਿ ਕੇ ਰਿਫਾਰਮ ਤਾਂ ਦੇਖੋ ਗੋਰਿਆਂ ਨੇ ਕੀਤਾ, ਰੈੱਡ ਇੰਡੀਅਨਸ ਦੇ ਰਿਫਾਰਮ ਕਰ ਕਰਕੇ ਉਹਨਾਂ ਨੂੰ ਵਿਚਾਰਿਆਂ ਨੂੰ ਕਿਸ ਗੱਲ ਦੇ ਉੱਤੇ ਲੈ ਆਂਦੇ? ਉਹ ਉੱਥੇ ਜਾ ਕੇ ਵਿਚਾਰੇ ਇੱਕ ਖਿੱਤਿਆਂ ਦੇ ਵਿੱਚ ਸ਼ਰਾਬਾਂ ਪੀ ਕੇ, ਫੀਮਾਂ ਖਾ ਕੇ, ਡਰੱਗ ਖਾ ਕੇ ਉੱਥੇ ਰੋਦੇ ਫਿਰਦੇ ਆ ਵਿਚਾਰੇ। ਜਿਹੜੇ ਉਸ ਧਰਤੀ ਦੇ ਮਾਲਕ ਸੀ ਉਹਨਾਂ ਦਾ ਰਿਫਾਰਮ ਕੀਤਾ ਗੋਰਿਆਂ ਨੇ। ਕੀ ਰਿਫਾਰਮ ਕੀਤਾ? ਉਹ ਜਗ ਜ਼ਾਹਰ ਹੈ। ਅੱਜ ਉਹਨਾਂ ਦੀ ਸਾਰੀ ਜ਼ਬਾਨ, ਉਹਨਾਂ ਦੀ ਸਾਰੀਆਂ ਪ੍ਰੈਕਟਿਸਿਸ, ਉਹਨਾਂ ਦਾ ਸਾਰਾ ਧਰਮ, ਉਹਨਾਂ ਦੀਆਂ ਸਾਰੀਆਂ ਚੀਜ਼ਾਂ, ਜੋ ਕੁਛ ਉਹਨਾਂ ਦਾ ਵਿਰਸਾ ਸੀ ਉਹ ਖਤਮ ਕਰ ਦਿੱਤਾ ਉਹਨਾਂ ਨੇ, ਮਲੀਆਮੇਟ ਕਰਤਾ। ਉਹ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਮਿਟ ਗਏ। ਸਿਰਫ ਇਤਿਹਾਸ ਦੇ ਪੰਨਿਆਂ ਵਿੱਚ ਉਹਨਾਂ ਦਾ ਨਾਂ ਹੀ ਯਾਦ ਰਹੇਗਾ, ਔਰ ਉਹਦੇ ਵਿੱਚ ਵੀ ਜਿਹੜੇ ਇਤਿਹਾਸਕਾਰ ਹੋਣਗੇ ਗੋਰੇ, ਉਹਦੇ ਵਿੱਚ ਕਿਸ ਨੂੰ ਬਲੇਮ ਕਰਨਗੇ? ਉਹਨਾਂ ਨੂੰ ਹੀ ਬਲੇਮ ਕਰਨਗੇ, ਰੈੱਡ ਇੰਡੀਅਨਸ ਨੂੰ। ਔਰ ਇਸੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਐਬੋਰੀਜਨਸ ਆ ਉਹ ਵਿਚਾਰੇ ਰੁਲਦੇ ਫਿਰਦੇ ਆ। ਉਹਨਾਂ ਦਾ ਆਪਣਾ ਧਰਮ ਸੀ, ਉਹਨਾਂ ਦੀਆਂ ਆਪਣੀਆਂ ਪ੍ਰੈਕਟਿਸਿਸ ਸੀ, ਉਹਨਾਂ ਦਾ ਆਪਣਾ ਪਹਿਰਾਵਾ ਸੀ, ਉਹਨਾਂ ਦੀ ਆਪਣੀ ਤਹਿਜ਼ੀਬ ਸੀ ਇੱਕ ਕਿਸਮ ਦੀ। ਤੋ ਅੱਜ ਉਹ ਵਿਚਾਰੇ ਮਤਲਬ ਇਤਿਹਾਸ ਦੇ ਪੰਨਿਆਂ ਤੋਂ ਮਿਟ ਕੇ ਇੱਕ ਕਿਸੇ ਖੁੰਝੇ ਖਾਲੇ ਦੇ ਵਿੱਚ ਆਪਣਾ ਸਿਰਫ ਫਿਜ਼ੀਕਲ ਐਗਜ਼ਿਸਟੈਂਸ ਉਹਨਾਂ ਦੀ ਹੈ, ਵਰਨਾ ਉਹਨਾਂ ਦੇ ਪੱਲੇ ਵਿਚਾਰਿਆਂ ਦੇ ਕੁਝ ਨਹੀਂ ਹੈ। ਤੋ ਇਸ ਕਰਕੇ ਮੈਂ ਬਹੁਤ ਹਿਊਮਿਲਿਟੀ ਦੇ ਵਿੱਚ ਬੇਨਤੀ ਕਰਦਾ ਸਿੱਖਾਂ ਨੂੰ ਕਿ ਰਿਫਾਰਮ ਲਫ਼ਜ਼ ਦੇ ਮਤਲਬ ਕੜਿੱਕੀ ਵਿੱਚ ਮਤ ਆਓ। ਜੇ ਤੁਸੀਂ ਰਿਫਾਰਮ ਦੀ ਕੜਿੱਕੀ ਵਿੱਚ ਆ ਗਏ ਤਾਂ ਸਿੱਖੀ ਦੀ ਸਾਰੀ ਵਿਰਾਸਤ ਆ ਤੁਹਾਡੇ ਪੱਲਿਓਂ ਖਤਮ ਹੋ ਜਾਏਗੀ, ਜਿਹੜੀ ਕਿ ਬਹੁਤ ਹਸੀਨ ਔਰ ਬਹੁਤ ਵੱਡਮੁੱਲੀ ਵਿਰਾਸਤ ਆ ਸਿੱਖੀ ਦੀ, ਗੁਰੂਆਂ ਨੇ ਦਿੱਤੀ ਹੋਈ। ਅੱਜ ਸਿੱਖੀ ਦੀ ਵਿਰਾਸਤ 'ਤੇ ਸੰਘਰਸ਼ ਹੋ ਰਿਹਾ, ਜਿਸ ਨੂੰ ਸਾਰੀ ਦੁਨੀਆ ਐਕਨੋਲੇਜ ਕਰ ਰਹੀ ਹੈ। ਅੱਜ ਟਾਈਮ ਮੈਗਜ਼ੀਨ ਦੇ ਪੰਨੇ ਦੇ ਉੱਤੇ ਮੇਨ ਨਿਊਜ਼ ਜਿਹੜੀ ਆ ਕਿਸ ਸਿੱਖ ਬੀਬੀਆਂ ਦੀ, ਸਿੱਖ ਬੀਬੀਆਂ ਨੂੰ ਵੀ ਲਿਬਰੇਟ ਕੀਤਾ ਗੁਰੂ ਨੇ, ਪਰਦੇ ਤੋਂ ਲਿਬਰੇਟ ਕੀਤਾ, ਉਹਨਾਂ ਨੂੰ ਇਨਵੋਲਵ ਕੀਤਾ ਸਮਾਜ ਦੀ ਬਿਹਤਰੀ ਦੇ ਲਈ, ਸਮਾਜ ਦੀ ਅਪਲਿਫਟਮੈਂਟ ਦੇ ਲਈ। ਤੋ ਇਸ ਕਰਕੇ ਉਹਨਾਂ ਨੇ ਕੋਈ ਇਸ ਕਿਸਮ ਦਾ ਰਿਫਾਰਮ ਨਹੀਂ ਕੀਤਾ ਕਿ ਉਹਨਾਂ ਨੂੰ ਮਤਲਬ ਕਿਸੇ ਕਿਸਮ ਦੇ ਉਹਨਾਂ ਨੂੰ
ਤਹਿਜ਼ੀਬ ਦੇ ਵਿੱਚੋਂ, ਉਹਨਾਂ ਨੂੰ ਕਲਚਰ ਦੇ ਵਿੱਚੋਂ, ਉਹਨਾਂ ਨੂੰ ਇਤਿਹਾਸ ਦੇ ਵਿੱਚੋਂ, ਸਮਾਜ ਦੇ ਵਿੱਚੋਂ ਮਲੀਆਮੇਟ ਕਰ ਦਈਏ। ਗੁਰੂਆਂ ਨੇ ਬੀਬੀਆਂ ਨੂੰ ਵੀ ਇਤਨਾ ਵੱਡਾ ਦਰਜਾ ਦਿੱਤਾ ਜਿਹੜਾ ਕਿਸੇ ਵੀ ਪੈਗੰਬਰ ਨੇ ਅੱਜ ਤੱਕ ਨਹੀਂ ਦਿੱਤਾ। ਤਾਂ ਕੋਈ ਉਸ ਦੇ ਉੱਤੇ ਰਿਫਾਰਮ ਦੀ ਜ਼ਰੂਰਤ ਨਹੀਂ। ਮੈਂ ਤੁਹਾਨੂੰ ਇੱਥੇ ਖਾਸ ਤੌਰ ਤੇ ਦੱਸਣਾ ਚਾਹੁੰਦਾ ਕਿ ਇੰਗਲੈਂਡ ਦੇ ਵਿੱਚ ਜਿਹੜੀਆਂ ਔਰਤਾਂ ਨੂੰ ਜਿਹੜੀ ਰਾਈਟ ਟੂ ਵੋਟ ਦਿੱਤਾ ਗਿਆ ਸੀ, ਉਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਤੋਂ ਬਾਅਦ ਮਿਲਿਆ। ਤਾਂ ਸਾਡਾ ਤਾਂ ਬਹੁਤ ਵੱਡੀ ਵਿਰਾਸਤ ਆ, ਸਾਡੀ ਤਾਂ ਬਹੁਤ ਵੱਡੀ ਇੱਕ ਕਲਚਰ ਆ, ਸਾਡਾ ਬਹੁਤ ਬੜਾ ਸੁਨਹਿਰੀ ਇਤਿਹਾਸ ਆ, ਜਿਸ ਇਤਿਹਾਸ ਦੇ ਵਿੱਚ ਰੱਬ ਦਾ ਵਾਸਤਾ ਰਿਫਾਰਮ ਤੋਂ ਦੂਰ ਰਹੋ। ਜਿਹੜੇ ਰਿਫਾਰਮਿਸਟ ਆਪਣੇ ਆਪ ਨੂੰ ਕਹਿੰਦੇ ਆ ਉਹ ਸਿੱਖੀ ਦੇ ਦੁਸ਼ਮਣ ਆ, ਉਹ ਸਿੱਖੀ ਦੇ ਮਿੱਤਰ ਨਹੀਂ ਹੋ ਸਕਦੇ। ਜੇ ਅਸੀਂ ਕੁਝ ਕਰਨਾ ਤਾਂ ਰਿਵਾਈਵਲਿਜ਼ਮ ਕਰਨੀ ਹੈ, ਜਿੱਥੇ ਅਸੀਂ ਗੁਰੂ ਨਾਲੋਂ ਟੁੱਟ ਗਏ ਆ, ਗੁਰੂ ਨਾਲੋਂ ਦੂਰ ਹੋ ਗਏ ਆ, ਗੁਰੂ ਦੇ ਕਲਾਵੇ ਵਿੱਚੋਂ ਨਿਕਲ ਗਏ ਆ, ਤਾਂ ਅਸੀਂ ਵਾਪਸ ਗੁਰੂ ਦੀ ਸਪਿਰਿਟ ਦੇ ਵਿੱਚ ਹੀ ਜਾਣਾ ਹੈ ਰਿਵਾਈਵਲਿਜ਼ਮ ਦੇ ਰਾਹੀਂ, ਤੇ ਉਸ ਦੇ ਨਾਲ ਹੀ ਜੁੜਨਾ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਕਈ ਗੁਰਦੁਆਰਿਆਂ ਦੇ ਵਿੱਚ ਜਾਣਾ ਤਾਂ ਉਹ ਕੀ ਕਹਿੰਦੇ ਆ ਭਾਈ, ਉੱਥੇ ਪ੍ਰਚਾਰਕ ਵਿਚਾਰੇ ਕਹਿੰਦੇ ਆ ਕਿ ਗੁਰੂ ਦੇ ਨਾਲ ਅਸੀਂ ਜੁੜਨਾ ਹੈ। ਦਿਸ ਇਜ਼ ਦਾ ਰਾਈਟ ਵਰਡ, ਦਿਸ ਇਜ਼ ਦੀ ਰਾਈਟ ਅਪਰੋਚ। ਇਹ ਸਹੀ ਅਪਰੋਚ ਹੈ। ਰਿਫਾਰਮ ਨਹੀਂ ਕਰਨਾ, ਰੱਬ ਦਾ ਵਾਸਤਾ ਰਿਫਾਰਮ ਦੇ ਚੱਕਰ ਵਿੱਚ ਮਤ ਪੈ ਜਾਣਾ। ਇਸੇ ਤਰੀਕੇ ਦੇ ਨਾਲ ਇੱਕ ਕੋਈ ਬੇਵਕੂਫ ਜਿਹਾ ਮਲੇਸ਼ੀਆ ਦਾ ਮੇਰਾ ਹੀ ਗੋਤੀ ਆ ਉਹ ਢਿੱਲੋਂ, ਉਹ ਬੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਰਿਫਾਰਮਿਸਟ ਆ, ਮੈਂ ਹਰਨੇਕ ਸਿੰਘ ਰਿਫਾਰਮਿਸਟ ਆ। ਉਸ ਦੇ ਮਤਲਬ ਮੈਂ ਹੱਕ ਦੇ ਵਿੱਚ ਆ। ਉਸ ਮੂਰਖ ਨੂੰ ਇਹ ਸਮਝਾਉਣਾ ਚਾਹੁੰਦਾ, ਤੁਹਾਡੀ ਇਸ ਬ੍ਰੇਨ ਔਨ ਟੀਵੀ ਦੇ ਰਾਹੀਂ ਵੀ ਰਿਫਾਰਮ ਲਫ਼ਜ਼ ਦਾ ਪਹਿਲਾਂ ਮਤਲਬ ਦੇਖ ਲੈ ਚੰਗੀ ਡਿਕਸ਼ਨਰੀ 'ਚ, ਔਰ ਰਿਫਾਰਮ ਦਾ ਜਿਹੜਾ ਇਤਿਹਾਸ ਦੇਖ ਲੈ ਕਿ ਕਿਸ ਤਰੀਕੇ ਦੇ ਨਾਲ ਅੰਗਰੇਜ਼ ਜਿਹੜੇ ਜਦੋਂ ਇਸ ਮੁਲਕ ਦੇ ਵਿੱਚ ਆਏ ਸੀ ਉਹ ਕਹਿੰਦੇ ਸੀ ਅਸੀਂ ਲੋਕਾਂ ਦਾ ਸਿਵਲਾਈਜ਼ ਕਰ ਰਹੇ ਹਾਂ, ਲੋਕਾਂ ਦਾ ਰਿਫਾਰਮ ਕਰ ਰਹੇ ਹਾਂ। ਕਿਸ ਕਿਸਮ ਦਾ ਰਿਫਾਰਮ ਕੀਤਾ? ਇਸ ਮੁਲਕ ਨੂੰ ਲੁੱਟ ਕੇ ਆਪਣੇ ਮੁਲਕ ਦੇ ਵਿੱਚ ਲੈ ਗਏ ਔਰ ਇਸ ਮੁਲਕ ਨੂੰ ਗੁਲਾਮ ਕਰ ਦਿੱਤਾ। ਤਾਂ ਸਾਨੂੰ ਕਿਸੇ ਇਸ ਕਿਸਮ ਦੇ ਰਿਫਾਰਮ ਦੀ ਜ਼ਰੂਰਤ ਨਹੀਂ। ਸਾਨੂੰ ਜ਼ਰੂਰਤ ਹੈ ਕਿ ਅਸੀਂ ਗੁਰੂ ਦੇ ਮੁੜ ਲੜ ਲੱਗ ਜਾਈਏ, ਜਿੱਥੋਂ ਅਸੀਂ ਥੋੜੇ ਬਹੁਤੇ ਟੁੱਟੇ ਹੋਏ ਹਾਂ। ਗੁਰੂ ਦੇ ਲੜ ਲੱਗ ਜਾਈਏ ਔਰ ਗੁਰੂ ਦੀ ਗੋਦ ਦੇ ਵਿੱਚ ਬੈਠ ਜਾਈਏ ਔਰ ਗੁਰੂ ਦੀ ਸਪਿਰਿਟ ਦੇ ਨਾਲ ਜੁੜ ਜਾਈਏ, ਗੁਰੂ ਦੀਆਂ ਭਾਵਨਾਵਾਂ ਨਾਲ ਜੁੜ ਜਾਈਏ, ਗੁਰੂ ਦੇ ਵਿਚਾਰਧਾਰਾ ਨਾਲ ਜੁੜ ਜਾਈਏ। ਇਹੀ ਸਾਡੀ ਮਤਲਬ ਸਪਿਰਿਟ ਆ ਔਰ ਇਹੀ ਹੋਣੀ ਚਾਹੀਦੀ ਆ। ਬਾਕੀ ਸਾਰਾ ਜਿਹੜਾ ਚੀਜ਼ ਆ ਉਹ ਇੱਕ ਮਤਲਬ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਜਿਹੜੇ ਬੜੇ ਚਲਾਕ ਚੁਸਤ ਲੋਕ ਆ ਉਹ ਮਤਲਬ ਇਸ ਕਿਸਮ ਦੀ ਗੱਲ ਕਰ ਰਹੇ, ਜਾਂ ਅਨਭਵ ਲੋਕ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਰਿਫਾਰਮ ਦਾ ਕੀ ਮਤਲਬ ਆ, ਰਿਵਾਈਵਰ ਦਾ ਕੀ ਮਤਲਬ ਆ। ਮੇਰੀ ਇਸੇ ਇਸ਼ੂ ਦੇ ਉੱਤੇ ਇੱਕ ਕਿਤਾਬ ਆ, ਕ੍ਰਿਟਿਕ ਆਫ ਵੈਸਟਰਨ ਰਾਈਟਿੰਗ ਔਨ ਸਿੱਖ ਰਿਲੀਜਨ ਐਂਡ ਹਿਸਟਰੀ। ਇਹ ਸਾਰੀ ਚੀਜ਼ ਮੈਕਲੋਡ ਨੇ ਕੀਤੀ, 12 ਕਿਤਾਬਾਂ ਲਿਖੀਆਂ। ਉਹਨੇ ਕਿਹਾ ਸਿੱਖੀ 'ਚ ਰਿਫਾਰਮ ਦੀ ਜ਼ਰੂਰਤ ਆ। ਹੋਰ ਇਸ ਕਿਸਮ ਦੇ ਜਿਹੜੇ ਬਹੁਤ ਸਿੱਖੀ ਦੇ ਵਿਰੋਧੀ ਆ ਉਹਨਾਂ ਨੇ ਇਹ ਗੱਲ ਕਰਕੇ ਹਮੇਸ਼ਾ ਸਿੱਖੀ ਨੂੰ ਡਿਸਮੈਂਟਲ ਕਰਨ ਦੀ, ਕੋਈ ਹਰਜੋਤ ਉਬਰਾਏ ਆ ਉਸਨੇ ਇਸੇ ਕਿਸਮ ਦੀ ਗੱਲ ਕੀਤੀ ਆ। ਤਾਂ ਇਸ ਕਰਕੇ ਅੱਜ ਜ਼ਰੂਰਤ ਆ ਕਿ ਅਸੀਂ ਉਹਨਾਂ ਨੂੰ ਆਪਣੇ ਕੋਲੋਂ ਲਾ ਦਈਏ ਤੇ ਅਸੀਂ ਗੁਰੂ ਦੇ ਲੜ ਲੱਗ ਜਾਈਏ। ਅਸੀਂ ਕੋਈ ਕਿਸੇ ਕਿਸਮ ਦਾ ਰਿਫਾਰਮ ਨਹੀਂ ਚਾਹੁੰਦੇ। ਸਾਨੂੰ ਤਾਂ ਸਾਡਾ ਜੋ ਵਿਰਸਾ ਹੈ ਉਸੇ ਨਾਲ ਹੀ ਅਸੀਂ ਜੁੜੇ ਰਹੀਏ, ਉਹੀ ਸਾਡੇ ਮਨਾਂ ਦੇ ਵਿੱਚ ਵਸਿਆ ਰਹੇ, ਸਾਡੀ ਮਾਨਸਿਕਤਾ ਦੇ ਉੱਤੇ ਹਾਵੀ ਹੋਵੇ, ਬਾਕੀ ਕੁਛ ਨਾ ਹੋਵੇ। ਅਸੀਂ ਕਿਸੇ ਕਿਸਮ ਦੇ ਰਿਫਾਰਮ ਨੂੰ ਨਹੀਂ ਸਾਨੂੰ ਲੋੜ। ਸਾਨੂੰ ਜੋ ਗੁਰੂ ਨੇ ਸਾਡਾ ਵਿਰਸਾ ਦਿੱਤਾ ਉਹ ਸਾਡੇ ਲਈ ਸਭ ਤੋਂ ਉੱਤਮ ਹੈ, ਸਭ ਤੋਂ ਉੱਚਾ, ਸਭ ਤੋਂ ਬਿਹਤਰੀਨ ਆ ਔਰ ਸਾਡੀ ਲਾਈਫ ਦਾ ਉਹ ਪਾਰਟ ਬਣ ਜਾਵੇ। ਇਹੀ ਸਾਡੀ ਗੁਰੂ ਅੱਗੇ ਅਰਦਾਸ ਆ। ਸਿੱਖਾਂ ਨੂੰ ਸੂਝ ਦੇਵੇ, ਸਿੱਖਾਂ ਨੂੰ ਇਸ ਗੱਲ ਲਈ ਸਮਝ ਦੇਵੇ ਤਾਂ ਕਿ ਉਹ ਇਸ ਗੱਲ ਦੇ ਜਿਹੜੀਆਂ ਇਸ ਗੱਲ ਦੀਆਂ ਚਲਾਕੀਆਂ ਤੇ ਚੁਸਤੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਸਮਝ ਸਕਣ ਤੇ ਇਹਨਾਂ ਨੂੰ ਨਕਾਰ ਦੇਣ। ਤੋਂ ਮੇਰੀ ਸੱਚੇ ਪਾਤਸ਼ਾਹ ਅੱਗੇ ਇਹ ਅਰਦਾਸ ਆ ਕਿ ਅਸੀਂ ਸਿੱਖ ਵਿਰਸੇ ਨਾਲ ਰਿਵਾਈਵਲ ਦੇ ਰਾਹੀਂ ਹੀ ਜੁੜੀਏ। ਰਿਵਾਈਵਲ ਦੇ ਰਾਹੀਂ ਅਸੀਂ ਉਸ ਨੂੰ ਆਪਣੇ ਮਸਤਕ ਦੇ ਵਿੱਚ, ਆਪਣੇ ਮਨਾਂ ਦੇ ਵਿੱਚ ਵਸਾਈਏ ਤਾਂ ਕਿ ਸਾਡੀ ਸਿੱਖੀ ਹਮੇਸ਼ਾ ਲਈ ਸੁਰਜੀਤ ਰਹੇ। ਪਿਛਲੇ ਲੰਮੇ ਸਮੇਂ ਤੋਂ ਬ੍ਰੇਨ ਔਨ ਟੀਵੀ ਤੇ ਇਸ਼ਤਿਹਾਰ ਦੇਣ ਲਈ ਕਈ ਜੋਤਿਸ਼ਾਂ, ਤਾਂਤਰਿਕਾਂ ਤੇ ਪੀਰਾਂ ਦੇ ਫੋਨ ਆ ਰਹੇ ਨੇ, ਪਰ ਹਰੇਕ ਵਾਰੀ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਸ਼ਹੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਜ਼ੋਰ ਪਾਉਂਦੇ ਨੇ ਕਿ ਸਾਡੀ ਮਸ਼ਹੂਰੀ ਕਰੋ, ਜਿਸ ਦੇ ਸਦਕਾ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਵੀ ਕੋਈ ਜੋਤਸ਼ੀ, ਤਾਂਤਰਿਕ ਜਾਂ ਪੀਰ ਜੇਕਰ ਗੈਰ ਕੁਦਰਤੀ ਤਰੀਕੇ ਨਾਲ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾ ਲਵੇ ਜਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਵਾਉਣ ਵਿੱਚ ਕਾਰਗਰ ਸਾਬਤ ਹੋਵੇਗਾ ਤਾਂ ਬ੍ਰੇਨ ਔਨ ਟੀਵੀ ਵੱਲੋਂ ਉਸ ਮਹਾਨ ਵਿਅਕਤੀ ਤੇ ਅਸਲੀ ਜੋਤਸ਼ੀ, ਤਾਂਤਰਿਕ ਜਾਂ ਪੀਰ ਦੀ ਮਸ਼ਹੂਰੀ ਸਦਾ ਵਾਸਤੇ ਮੁਫਤ 'ਚ ਕੀਤੀ ਜਾਵੇਗੀ ਤੇ ਅਲੱਗ ਤੋਂ ਮੂੰਹ ਮੰਗੀ ਫੀਸ ਵੀ ਦਿੱਤੀ ਜਾਵੇਗੀ। ਧੰਨਵਾਦ।